ਹੈਲੋ ਡੀਅਰ ਸਟੂਡੈਂਟਸ, ਵੈਲਕਮ। ਹਾਂਜੀ, ਜਿੱਦਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਭਾਰਤ ਸਾਧੂ ਸੰਤਾਂ ਦੀ ਧਰਤੀ ਹੈ। ਇੱਥੇ ਸਮੇਂ-ਸਮੇਂ 'ਤੇ ਬਹੁਤ ਮਹਾਨ ਸੰਤਾਂ ਨੇ ਜਨਮ ਲਿਆ, ਜਿਨ੍ਹਾਂ 'ਚੋਂ ਇੱਕ ਸੰਤ ਸੀ ਸੰਤ ਰਵਿਦਾਸ ਜੀ, ਜਿਨ੍ਹਾਂ ਬਾਰੇ ਤੁਹਾਡੀ ਬੁੱਕ ਮਾਈ ਇੰਗਲਿਸ਼ ਕੰਪੈਨੀਅਨ ਦੇ ਵਿੱਚ ਚੌਥਾ ਲੈਸਨ ਹੈ, ਉਹਨਾਂ ਦੇ ਜੀਵਨ ਬਾਰੇ ਠੀਕ ਹੈ ਦੱਸਿਆ ਗਿਆ। ਕਿਹੜੀ ਕਲਾਸ ਦਾ? 8th ਕਲਾਸ ਦਾ। ਸੋ ਆ ਜਾਓ ਆਪਾਂ ਪੜ੍ਹੀਏ ਲੈਸਨ ਅਤੇ ਜਾਣੀਏ ਸੰਤ ਰਵਿਦਾਸ ਜੀ ਬਾਰੇ। ਠੀਕ ਹੈ, ਕਰਦੇ ਹਾਂ ਸ਼ੁਰੂ। ਮੈਂ ਹਾਂ ਤੁਹਾਡੀ ਟੀਚਰ ਗੁਰਪ੍ਰੀਤ। ਸੋ ਐਕਟੀਵਿਟੀ 1 ਆਪਾਂ ਹਮੇਸ਼ਾ ਕਰਦੇ ਹਾਂ ਪਹਿਲਾਂ ਪ੍ਰੀ ਰੀਡਿੰਗ, ਲੈਸਨ ਨੂੰ ਰੀਡ ਕਰਨ ਤੋਂ ਪਹਿਲਾਂ। ਪ੍ਰੀ ਰੀਡਿੰਗ 'ਚ ਆਪਾਂ ਕੀ ਕਰਦੇ ਹਾਂ, ਕੁਝ ਨਵੇਂ ਵਰਡ ਜਿਹੜੇ ਉਸ ਲੈਸਨ ਦੇ ਵਿੱਚ ਆਏ ਨੇ ਅਸੀਂ ਉਹਨਾਂ ਨੂੰ ਪੜ੍ਹਦੇ ਹਾਂ, ਮੀਨਿੰਗ ਦੇਖਦੇ ਹਾਂ, ਪ੍ਰੋਨਾਂਸੀਏਸ਼ਨ ਦੇਖਦੇ ਹਾਂ, ਸਪੈਲਿੰਗ ਦੇਖਦੇ ਹਾਂ, ਹੈ ਨਾ, ਅਤੇ ਇਹਨੂੰ ਨੋਟ ਕਰਦੇ ਹਾਂ ਆਪਣੀ ਡਿਕਸ਼ਨਰੀ ਵਾਲੀ ਕਾਪੀ ਦੇ ਉੱਤੇ। ਸੋ ਕਰਦੇ ਹਾਂ ਆਪਾਂ ਸ਼ੁਰੂ। ਫਿਰ ਦੇਖੋ ਕਿਹੜੇ ਕਿਹੜੇ ਨਵੇਂ ਵਰਡ ਆਏ ਨੇ। ਫਸਟ ਹੈ ਡੀਕੇ। ਡੀਕੇ ਜਿੱਦਾਂ ਮੈਂ ਤੁਹਾਨੂੰ ਕਹਿੰਦੀ ਹੁੰਦੀ ਹਾਂ ਵੀ ਵਰਡਸ ਨੂੰ ਤੋੜ ਲਵੇ ਪੁੱਤ ਟੋਟਿਆਂ 'ਚ, ਫਿਰ ਸਪੈਲਿੰਗ ਵੀ ਈਜ਼ੀਲੀ ਯਾਦ ਰਹਿੰਦੇ ਨੇ ਔਰ ਪ੍ਰੋਨਾਂਸੀਏਸ਼ਨ ਵੀ। ਓਕੇ, ਡੀਕੇ। ਡੀਕੇ ਮੀਨਸ ਗਿਰਾਵਟ, ਖਰਾਬੀ। ਨੋਟ ਕਰ ਲਿਆ। ਹੁਣ ਥੱਲੇ ਡੀਕੇ ਦੇ ਕੀ ਆ? ਪਲਾਈਟ। ਪੀ ਲੱਗਿਆ ਹੋਇਆ, ਲਾਈਟ ਤੁਹਾਨੂੰ ਆਉਂਦਾ ਹੀ ਆ, ਪਲਾਈਟ। ਠੀਕ ਹੈ, ਪਲਾਈਟ ਮੀਨਸ ਦੁਰਦਸ਼ਾ, ਬੁਰੀ ਹਾਲਤ, ਤਰਸਯੋਗ ਹਾਲਤ ਜਾਂ ਆਪਾਂ ਕਹਿ ਸਕਦੇ ਹਾਂ। ਠੀਕ, ਓਕੇ। ਨੈਕਸਟ ਹੈ ਡਿਸਿਪਲ। ਡਿਸਿਪਲ ਕੀ ਹੁੰਦਾ? ਚੇਲਾ ਜਾਂ ਸ਼ਾਗਿਰਦ। ਡਿਸਿਪਲ। ਠੀਕ, ਧਿਆਨ ਨਾਲ ਸਪੈਲਿੰਗ। ਓਕੇ, ਨੈਕਸਟ ਵਰਡ ਹੈ ਐਸੈਂਸ। ਐਸੈਂਸ ਮੀਨਸ ਨਿਚੋੜ ਜਾਂ ਸਾਰ। ਲਿਖ ਲਿਆ। ਓਕੇ, ਨੈਕਸਟ ਵਨ ਹੈ ਇੰਪ੍ਰੈਸ਼ਨ। ਇੰਪ੍ਰੈਸ਼ਨ ਮੀਨਸ ਪ੍ਰਭਾਵ, ਇੰਪ੍ਰੈਸ਼ਨ। ਓਕੇ, ਨੈਕਸਟ ਵਰਡ ਆ ਡਿਸਟਿੰਕਸ਼ਨ। ਡਿਸਟਿੰਕਸ਼ਨ, DISTIN ਫਿਰ CTION, ਡਿਸਟਿੰਕਸ਼ਨ। ਪਰ ਡਿਸਟਿੰਕਸ਼ਨ ਮੀਨਸ ਭਿੰਨਤਾ। ਠੀਕ, ਅਲੱਗ ਅਲੱਗ ਆਪਾਂ ਵਰਗਾਂ ਦੇ ਵਿੱਚ ਕਿਸ ਚੀਜ਼ ਨੂੰ ਵੰਡਣਾ। ਓਕੇ, ਨੈਕਸਟ ਵਰਡ ਆ ਸਮਾਨ। ਇੱਥੇ ਆਰ ਆ ਜਿਹੜੀ ਸਾਈਲੈਂਟ ਆ, ਤੁਸੀਂ ਬੋਲ ਵੀ ਸਕਦੇ ਹੋ, ਸਰਾਮੋਨ ਵੀ ਕਹਿ ਸਕਦੇ ਹੋ, ਸਰਾਮੋਨਸ, ਸਮਾਨਸ ਵੀ ਕਹਿ ਸਕਦੇ ਹੋ। ਮੀਨਸ ਉਪਦੇਸ਼ ਜਾਂ ਪ੍ਰਵਚਨ, ਸਾਧੂ ਸੰਤ ਜਿਹੜੇ ਪ੍ਰਵਚਨ ਦਿੰਦੇ ਨੇ, ਹੈ ਨਾ। ਓਕੇ, ਨੈਕਸਟ ਵਰਡ ਹੈ ਸਟਰੈਸ। ਇਹ ਤਾਂ ਤੁਹਾਨੂੰ ਆਉਂਦਾ ਹੋ, ਤਣਾਅ ਜਾਂ ਪਰੇਸ਼ਾਨੀ। ਮੈਡੀਟੇਟ। ਮੈਡੀਟੇਟ ਹੁੰਦਾ ਚਿੰਤਨ ਕਰਨਾ ਜਾਂ ਧਿਆਨ ਕਰਨਾ। ਇੰਟਰਨਲ। ਇੰਟਰਨਲ ਮੀਨ ਅੰਦਰਲਾ ਜਾਂ ਆਪਾਂ ਕਹਾਂਗੇ ਜਾਂ ਸਦੀਵੀ, ਸਦਾ ਰਹਿਣ ਵਾਲਾ। ਸੋ ਇਹ ਹੋ ਗਏ ਤੁਹਾਡੇ ਵਰਡ ਮੀਨਿੰਗ ਬੇਟਾ। ਆਈ ਹੋਪ ਕਿ ਤੁਸੀਂ ਨੋਟ ਡਾਊਨ ਕਰ ਲਏ ਹੋਣੇ। ਹੁਣ ਆਪਾਂ ਪੜ੍ਹਦੇ ਹਾਂ ਲੈਸਨ। ਸੰਤ ਰਵਿਦਾਸ ਜੀ। ਇੰਡੀਆ ਹੈਜ਼ ਬੀਨ ਅ ਹੋਮ ਫॉर ਸੈਂਟਸ ਐਂਡ ਸਾਗਾਸ। ਜਿੱਦਾਂ ਆਪਾਂ ਪਹਿਲਾਂ ਹੀ ਕਿਹਾ, ਜਿਹੜਾ ਭਾਰਤ ਆ ਉਹ ਸਦਾ ਹੀ ਸਾਧੂ ਸੰਤਾਂ ਦਾ ਘਰ ਰਿਹਾ ਗਾ। whenever the moral or social life of people shows sign of decay, some saint or prophet। ਹੁਣ ਇੱਥੇ ਜਿਹੜਾ ਪ੍ਰੋਫਿਟ ਦਾ ਮਤਲਬ ਹੁੰਦਾ ਪੈਗੰਬਰ, ਸੰਤ ਦਾ ਮਤਲਬ ਸੰਤ। ਅਪੀਅਰ ਔਨ ਦਾ ਸੀਨ, ਕੀ ਮਤਲਬ ਇਹਦਾ? ਵੈਨਐਵਰ ਦਾ ਸੋਸ਼ਲ ਔਰ ਮੋਰਲ ਲਾਈਫ, ਜਦੋਂ ਕਦੇ ਵੀ ਸਮਾਜਿਕ ਜਾਂ ਨੈਤਿਕ ਜੀਵਨ ਦੇ ਵਿੱਚ ਗਿਰਾਵਟ ਦੀ, ਡਿਕੇ, ਗਿਰਾਵਟ ਪੜ੍ਹਿਆ ਆਪਾਂ, ਗਿਰਾਵਟ ਦੇ ਚਿੰਨ੍ਹ ਨਜ਼ਰ ਆਉਂਦੇ ਨੇ ਸਾਨੂੰ, ਜਾਂ ਗਿਰਾਵਟ ਆਉਂਦੀ ਆ ਤਾਂ ਫਿਰ ਕੋਈ ਸੰਤ ਜਾਂ ਪੈਗੰਬਰ ਇਸ ਧਰਤੀ 'ਤੇ ਜਨਮ ਲੈਂਦਾ। ਰਵਿਦਾਸ ਵਾਜ਼ ਵਨ such saint who infused new life and vitality into the Hindu social order। ਸੰਤ ਰਵਿਦਾਸ ਜੀ ਵੀ ਇੱਕ ਅਜਿਹੇ ਹੀ ਪੈਗੰਬਰ ਸੀ ਜਾਂ ਅਜਿਹੇ ਹੀ ਸੰਤ ਸੀ ਜਿਨ੍ਹਾਂ ਨੇ ਇਤਿਹਾਸ ਦੇ ਉਸ ਸਮੇਂ ਜਦੋਂ ਹਿੰਦੂ ਸਮਾਜ ਆ, ਜਿਹੜਾ ਹਿੰਦੂ ਵਿਵਸਥਾ ਸੰਕਟ ਦੇ ਵਿੱਚ ਸੀ, ਉਹਦੇ ਵਿੱਚ ਨਵਾਂ ਜੀਵਨ, ਨਿਊ ਲਾਈਫ ਔਰ ਨਿਊ ਊਰਜਾ ਆਪਾਂ ਕਹਾਂਗੇ, ਨਵੀਂ ਊਰਜਾ ਉਹਨਾਂ ਨੇ ਉਹਦੇ ਵਿੱਚ ਫੂਕੀ ਜਾਂ ਭਰੀ ਆਪਾਂ ਕਹਾਂਗੇ। Ravidas was born in the year 1377 in Banaras, the holy city of the Hindus। ਰਵਿਦਾਸ ਜੀ ਦਾ ਜਨਮ ਕਿਹੜੇ ਸੰਨ 'ਚ ਹੋਇਆ? 1377 ਦੇ ਵਿੱਚ ਹਿੰਦੂਆਂ ਦੇ ਪਵਿੱਤਰ, ਹੋਲੀ ਕੀ ਪਵਿੱਤਰ, ਹਿੰਦੂਆਂ ਦੇ ਪਵਿੱਤਰ ਸ਼ਹਿਰ ਬਨਾਰਸ ਦੇ ਵਿੱਚ। He was a son of cobbler। ਉਹ ਇੱਕ ਗੋਬਲਰ ਕੀ ਹੁੰਦਾ ਗਾ ਸਾਨੂੰ ਪਤਾ, ਮੋਚੀ ਜਾਂ ਜੁੱਤੀਆਂ ਗੰਢਣ ਵਾਲਾ, ਹੈ ਨਾ, ਉਹਦੇ ਪੁੱਤਰ ਸੀ। His
ਪੇਰੈਂਟਸ ਵਾਂਟਡ ਟੂ ਹਿਮ ਟੂ ਬੀ ਐਜੂਕੇਟ। ਉਹਦੇ ਮਾਤਾ ਪਿਤਾ ਯਾਨੀ ਕਿ ਰਵਿਦਾਸ ਜੀ ਦੀ ਗੱਲ ਹੋ ਰਹੀ ਹੈ। ਰਵਿਦਾਸ ਜੀ ਦੇ ਮਾਤਾ ਪਿਤਾ ਉਹਨਾਂ ਨੂੰ ਸਿੱਖਿਅਤ ਕਰਨਾ ਚਾਹੁੰਦੇ ਸੀ, ਸਿੱਖਿਆ ਦੇਣਾ ਚਾਹੁੰਦੇ ਸੀ। ਦੇ ਵੈਂਟ ਹਿਮ ਟੂ ਸਕੂਲ, ਉਹਨਾਂ ਨੇ ਉਹਨਾਂ ਨੂੰ ਸਕੂਲ ਭੇਜਿਆ। ਅਨਲੱਕੀਲੀ ਹੀ ਵਾਜ਼ ਅਨਹੈਪੀ ਐਟ ਸਕੂਲ ਐਂਡ ਵੈਰੀ ਸੂਨ ਹੀ ਵਾਜ਼ ਆਊਟ ਆਫ ਇਟ। ਮੰਦੇ ਭਾਗੀ ਉਹ ਸਕੂਲ ਦੇ ਵਿੱਚ ਜਿੰਨਾ ਟਾਈਮ ਵੀ ਰਹੇ ਖੁਸ਼ ਨਹੀਂ ਰਹੇ, ਉਹਨਾਂ ਦਾ ਮਨ ਨਹੀਂ ਲੱਗਿਆ ਅਤੇ ਬਹੁਤ ਜਲਦ ਉਹਨਾਂ ਨੇ ਜਿਹੜਾ ਸਕੂਲ ਲਾਈਫ ਤੋਂ ਬਾਹਰ ਆ ਗਏ, ਮਤਲਬ ਕਿ ਪੜ੍ਹਾਈ ਛੱਡ ਦਿੱਤੀ। ਦ ਸਕੂਲ ਲਾਈਫ ਮੇਡ ਹਿਮ ਅੰਡਰਸਟੈਂਡ ਦ ਇਲਸ ਆਫ ਦ ਸੁਸਾਇਟੀ। ਜਿਹੜੀ ਸਕੂਲ ਦੀ ਲਾਈਫ ਸੀ, ਜਿੰਨਾ ਚਿਰ ਵੀ ਉਹ ਸਕੂਲ ਦੇ ਵਿੱਚ ਰਹੇ, ਉਸ ਸਮੇਂ ਨੇ ਉਹਨਾਂ ਨੂੰ ਸਮਾਜ ਦੇ ਵਿੱਚ ਜਿਹੜੀਆਂ ਆਪਾਂ ਕਹਾਂਗੇ ਇਲਸ ਬਿਮਾਰੀਆਂ ਨੇ ਜਾਂ ਜਿਹੜੀ ਭਿੰਨਤਾ ਜਾਂ ਬੁਰਾ ਵਿਵਹਾਰ ਆ ਉਹਨੂੰ ਸਮਝਾਤਾ ਉਹਨਾਂ ਨੂੰ, ਉਹ ਉਹਨਾਂ ਨੇ ਉੱਥੇ ਮਹਿਸੂਸਿਆ। ਠੀਕ ਹੈ, ਇਹ ਸੀਗਾ ਪਹਿਲਾ ਪੈਰਾ। ਹੁਣ ਅੱਗੇ ਚੱਲਦੇ ਹਾਂ। ਰਵਿਦਾਸ ਰਿਅਲਾਈਜ਼ ਦੈਟ ਅ ਚਾਈਲਡ ਬੋਰਨ ਇਨ ਅ ਲੋ ਕਾਸਟ ਵਾਜ਼ ਨਾਟ ਟਰੀਟਡ ਵੈਲ ਇਨ ਦ ਸੁਸਾਇਟੀ। ਰਵਿਦਾਸ ਜੀ ਨੇ ਉੱਥੇ ਕੀ ਮਹਿਸੂਸ ਕੀਤਾ? ਠੀਕ, ਉਹਨਾਂ ਨੇ ਮਹਿਸੂਸ ਕੀਤਾ ਜਿਹੜਾ ਬੱਚਾ ਕਿਸੇ ਅਨੁਸੂਚਿਤ ਜਾਤੀ ਜਾਂ ਛੋਟੇ ਅਬਜਾਤ ਦੇ ਪਰਿਵਾਰ ਦੇ ਵਿੱਚ ਪੈਦਾ ਹੁੰਦਾ, ਉਹਦੇ ਨਾਲ ਸਮਾਜ ਆ ਜਿਹੜਾ ਚੰਗਾ ਵਰਤਾਓ ਨਹੀਂ ਕਰਦਾ। In such an unfriendly atmosphere, little Ravidas could not put his heart into studies. ਹੁਣ ਅੱਗੇ ਕੀ ਗੱਲ ਕੀਤੀ ਹੈ? ਕਹਿੰਦੇ ਅਜਿਹੇ ਮਾਹੌਲ ਵਿੱਚ, ਪ੍ਰਤੀਕੂਲ ਮਾਹੌਲ ਵਿੱਚ, ਠੀਕ ਆ, ਜਿਹੜਾ ਬਾਲਕ ਰਵਿਦਾਸ ਸੀ ਉਹਦਾ ਮਨ ਪੜ੍ਹਾਈ ਵਿੱਚ ਨਹੀਂ ਲੱਗਿਆ, ਉਹ ਜਾਂ ਆਪਣਾ ਮਨ ਪੜ੍ਹਾਈ ਵਿੱਚ ਨਹੀਂ ਲਗਾ ਸਕੇ। ਆਫਟਨ ਹੀ ਵੁੱਡ ਸਿਟ, ਉਹ ਅਕਸਰ ਹੀ ਬੈਠੇ ਰਹਿੰਦੇ, ਅਲੋਨ ਐਂਡ ਥਿੰਕ ਡੀਪਲੀ, ਇਕੱਲੇ ਬੈਠੇ ਰਹਿੰਦੇ ਅਤੇ ਡੂੰਘੀਆਂ ਵਿਚਾਰਾਂ ਕਰਦੇ ਰਹਿੰਦੇ। It would then appear as if he were in deep samadhi. ਉਸ ਸਮੇਂ ਇੰਝ ਲੱਗਦਾ ਸੀ, ਜਦੋਂ ਇਕੱਲੇ ਬੈਠ ਕੇ ਸੋਚ ਰਹੇ ਹੁੰਦੇ, ਉਹਨਾਂ ਨੂੰ ਵੇਖ ਕੇ ਇੰਝ ਮਹਿਸੂਸ ਹੁੰਦਾ ਸੀ ਜਿਵੇਂ ਕਿਸੇ ਡੂੰਘੀ ਸਮਾਧੀ ਦੇ ਵਿੱਚ ਹੋਣ। ਰਵਿਦਾਸ ਹੈਡ ਨੋ ਇੰਟਰਸਟ ਇਨ ਮਟੀਰੀਅਲ ਥਿੰਗਸ। ਰਵਿਦਾਸ ਜੀ ਦਾ ਜਿਹੜਾ ਰੁਚੀ ਸੀ ਭੌਤਿਕ ਚੀਜ਼ਾਂ ਦੇ ਵਿੱਚ ਬਿਲਕੁਲ ਨਹੀਂ ਸੀ। ਹੀ ਵਾਜ਼ ਓਨਲੀ ਇੰਟਰਸਟਡ ਇਨ ਦ ਮੈਟਰ ਰਿਲੇਟਡ ਟੂ ਸਪਿਰਿਟ। ਉਹ ਸਿਰਫ ਉਹਨਾਂ ਵਿਸ਼ਿਆਂ ਦੇ ਵਿੱਚ, ਉਹਨਾਂ ਮੈਟਰ ਦੇ ਵਿੱਚ ਹੀ ਰੁਚੀ ਲੈਂਦੇ ਸੀ ਜਿਹੜੇ ਅਧਿਆਤਮਕ ਜਾਂ ਆਤਮਾ ਨਾਲ ਸੰਬੰਧਿਤ ਸੀ। ਹੀ ਵਾਂਟਡ ਟੂ ਗੇਨ ਸਪਿਰਿਚੁਅਲ ਨੌਲੇਜ। ਸਪਿਰਿਚੁਅਲ ਨੌਲੇਜ ਮੀਨਸ ਅਧਿਆਤਮਕ ਗਿਆਨ ਹਾਸਲ ਕਰਨਾ ਚਾਹੁੰਦੇ ਸੀ ਉਹ। ਹੀ ਵਾਜ਼ ਇਨ ਸਰਚ ਆਫ ਸਮ ਸਪਿਰਿਚੁਅਲ ਟੀਚਰ ਹੂ ਕੁਡ ਸ਼ੋ ਹਿਮ ਦ ਰਾਈਟ ਪਾਥ। ਹੁਣ ਕਹਿੰਦੇ ਉਹ ਭਾਲ ਵਿੱਚ, ਸਰਚ ਆਫ ਮੀਨਸ ਭਾਲ ਵਿੱਚ ਸੀਗੇ ਸਪਿਰਿਚੁਅਲ ਕਿਸੇ ਅਧਿਆਤਮਿਕ ਟੀਚਰ ਦੀ, ਜਿਹੜਾ ਉਹਨਾਂ ਨੂੰ ਸ਼ੋ ਮੀਨਸ ਦਿਖਾ ਸਕੇ, ਰਾਈਟ ਪਾਥ ਮੀਨਸ ਸਹੀ ਰਸਤਾ ਦਿਖਾ ਸਕੇ ਜੀਵਨ ਦੇ ਵਿੱਚ। ਸੂਨ ਹੀ ਬਿਕਮ ਅ ਡਿਸਿਪਲ ਆਫ ਸਵਾਮੀ ਰਾਮਾਨੰਦ। ਬਹੁਤ ਜਲਦ ਉਹ ਸਵਾਮੀ ਰਾਮਾਨੰਦ ਜੀ ਦੇ ਚੇਲੇ ਬਣ ਗਏ। ਰਵਿਦਾਸ ਸਟੇਡ ਵਿਦ ਦ ਸਵਾਮੀ ਫॉर ਸਮ ਟਾਈਮ। ਰਵਿਦਾਸ ਜੀ ਕੁਝ ਸਮੇਂ ਤੱਕ ਸਵਾਮੀ ਜੀ ਦੇ ਨਾਲ ਰਹੇ। ਦੇਅਰ ਵਾਜ਼ ਅ ਕੰਪਲੀਟ ਚੇਂਜ ਇਨ ਹਿਜ਼ ਲਾਈਫ। ਉਹਨਾਂ ਦੇ ਜੀਵਨ ਦੇ ਵਿੱਚ ਪੂਰੀ ਤਰ੍ਹਾਂ ਬਦਲਾਵ ਆ ਗਿਆ, ਜਾਂ ਆਪਾਂ ਕਹਿ ਸਕਦੇ ਉਹਨਾਂ ਦਾ ਜੀਵਨ ਆ ਜਿਹੜਾ ਪੂਰੀ ਤਰ੍ਹਾਂ ਬਦਲ ਗਿਆ। ਸਵਾਮੀ ਰਾਮਾਨੰਦ's ਲੈਕਚਰ ਲੈਫਟ ਅ ਗ੍ਰੇਟ ਇੰਪ੍ਰੈਸ਼ਨ ਔਨ ਹਿਜ਼ ਯੰਗ ਮਾਈਂਡ। ਸਵਾਮੀ ਰਾਮਾਨੰਦ ਜੀ ਦੇ ਜਿਹੜੇ ਲੈਕਚਰ ਸੀ, ਜਿਹੜੇ ਉਹ ਪ੍ਰਵਚਨ ਦਿੰਦੇ ਸੀ, ਉਹਨਾਂ ਨੇ ਉਹਦੇ ਮਨ ਦੇ ਉੱਤੇ ਗ੍ਰੇਟ ਇੰਪ੍ਰੈਸ਼ਨ, ਬਹੁਤ ਡੂੰਘਾ ਪ੍ਰਭਾਵ ਪਾਇਆ। ਯੰਗ ਮਾਈਂਡ ਮੀਨਸ ਕਿਉਂਕਿ ਉਦੋਂ ਉਹ ਯੰਗ ਸੀਗੇ, ਉਹਨਾਂ ਦੇ ਜਵਾਨ ਮਨ ਦੇ ਉੱਤੇ ਡੂੰਘਾ ਪ੍ਰਭਾਵ ਪਾਇਆ। ਤੋ these sermons he come to understand the true meaning of life। ਇਹਨਾਂ ਪ੍ਰਵਚਨਾਂ ਦੇ ਰਾਹੀਂ ਉਹਨਾਂ ਨੇ ਕੀ ਕਰਿਆ? ਜੀਵਨ ਦੀ ਸੱਚਾਈ ਨੂੰ ਸਮਝਿਆ ਜਾਂ ਜੀਵਨ ਦੀ ਸੱਚਾਈ ਨੂੰ ਸਮਝਣ ਲੱਗੇ। ਹੀ ਕਮ ਟੂ ਨੋ ਆਫ ਦਾ, ਹਾਂਜੀ ਹੁਣ ਇਹ ਵਰਡ ਆ ਗਿਆ, ਇਹਨੂੰ ਵੀ ਪੁੱਤ ਨੋਟ ਕਰੋ। ਏਨਸ਼ੈਂਟ, ਕੀ ਵਰਡ ਆ ਇਹ? ਏਨਸ਼ੈਂਟ। ਏਨਸ਼ੈਂਟ ਮੀਨਸ ਕਿ ਪ੍ਰਾਚੀਨ, ਠੀਕ ਆ। ਇੰਡੀਅਨ ਵਿਜ਼ਡਮ ਐਂਡ ਕਲਚਰ। ਉਹਨਾਂ ਨੂੰ ਫਿਰ ਕੀ ਪਤਾ ਲੱਗਿਆ? ਪੁਰਾਣੇ ਜਾਂ ਪ੍ਰਾਚੀਨ ਭਾਰਤੀ ਗਿਆਨ ਜਾਂ ਸੱਭਿਆਚਾਰ ਬਾਰੇ ਜਾਣਕਾਰੀ ਪ੍ਰਾਪਤ ਹੋਈ ਉਹਨਾਂ ਨੂੰ। ਦ ਫੀਲਡ ਵਾਜ਼ ਰੈਡੀ। ਖੇਤ ਹੁਣ ਤਿਆਰ ਸੀ ਜਾਂ ਭੂਮੀ ਤਿਆਰ ਸੀ। ਦ ਸੀਡ ਵਾਜ਼ ਸ਼ੋਨ ਐਂਡ ਕ੍ਰੌਪ ਡਿਡ ਨਾਟ ਟੇਕ ਲੌਂਗ ਟੂ ਰਿਪਨ। ਬੀਜ ਬੀਜਿਆ ਗਿਆ ਅਤੇ ਫਸਲ ਪੱਕਣ ਵਿੱਚ ਦੇਰ ਨਾ ਲੱਗੀ। ਹੁਣ ਇੱਥੇ ਕੀ ਮਤਲਬ ਹੈ ਇਹਦਾ ਪੁੱਤ? ਇੱਥੇ ਉਹਨਾਂ ਦੇ ਰਵਿਦਾਸ ਜੀ ਦੇ ਮਨ ਦੀ ਗੱਲ ਹੋ ਰਹੀ ਆ ਕਿ ਜਿਹੜਾ ਉਹਦਾ ਮਨ ਸੀ, ਜਦੋਂ ਉਹਨਾਂ ਨੇ ਪ੍ਰਵਚਨ ਸੁਣੇ, ਉਹਨਾਂ ਦਾ ਮਨ ਸੀ ਤਿਆਰ ਹੋ ਗਿਆ ਇੱਕ ਖੇਤ ਦੀ ਤਰ੍ਹਾਂ, ਜਿਹਦੇ ਵਿੱਚ ਉਹਨਾਂ ਦੇ
ਚੰਗੇ ਵਿਚਾਰਾਂ ਦਾ ਬੀਜ ਬੀਜਿਆ ਗਿਆ ਅਤੇ ਜਲਦੀ ਹੀ ਉਹ ਫਸਲ ਪੱਕ ਕੇ ਤਿਆਰ ਹੋ ਗਈ। ਮਤਲਬ ਉਹਨਾਂ ਦੀ ਵਿਚਾਰਧਾਰਾ ਉੱਦਾਂ ਦੀ ਬਣ ਗਈ। When the Guru was satisfied that the spiritual flame had been kindled permanently, ਜਦੋਂ ਕਹਿੰਦੇ ਉਹਨਾਂ ਦੇ ਜਿਹੜੇ ਗੁਰੂ ਸੀਗੇ ਸਵਾਮੀ ਰਾਮਾਨੰਦ ਜੀ, ਉਹ ਸੰਤੁਸ਼ਟ ਹੋ ਗਏ ਕਿ ਉਹਨਾਂ ਦੇ ਅੰਦਰ ਸਪਿਰਚੁਅਲ ਮੀਨਜ਼ ਅਧਿਆਤਮਿਕ ਜਿਹੜਾ ਜੋਤ ਸੀ ਉਹ ਜਾਗੀ ਪੱਕੇ ਤਰੀਕੇ ਨਾਲ। ਹੀ ਆਸਕਡ ਰਵਿਦਾਸ ਟੂ ਟਰਨ ਹੋਮ ਐਂਡ ਲਿਵ ਦਾ ਵੇ ਹੀ ਵਾਂਟਡ ਟੂ ਲਿਵ। ਉਹਨਾਂ ਨੇ ਰਵਿਦਾਸ ਜੀ ਨੂੰ ਕਿਹਾ ਕਿ ਉਹ ਵਾਪਸ ਘਰ ਜਾਣ, ਜਿਸ ਤਰ੍ਹਾਂ ਦਾ ਆਪਦਾ ਜੀਵਨ ਬਿਤਾਉਣਾ ਚਾਹੁੰਦੇ ਨੇ ਉਸ ਤਰ੍ਹਾਂ ਦਾ ਆਪਣਾ ਜੀਵਨ ਬਿਤਾਉਣ। ਦ ਇਨਲਾਈਟਡ disciple now felt that he had a divine mission to live for. Enlightened means ਹੁਣ ਗਿਆਨਵਾਨ, ਉਹਨਾਂ ਨੇ ਉਹਦੇ ਗੁਰੂ ਨੇ ਉਹਨੂੰ ਗਿਆਨ ਦੇਤਾ, ਉਹਦਾ ਜਿਹੜਾ ਮਨ ਸੀ ਉਹ ਗਿਆਨ ਨਾਲ ਭਰ ਗਿਆ ਉਸ ਚੇਲੇ ਦਾ, ਅਤੇ ਉਹ ਚੇਲਾ ਹੁਣ ਤਿਆਰ ਸੀ ਅਤੇ ਉਹ ਕੀ ਸਮਝਣ ਲੱਗ ਗਿਆ ਸੀ, ਕੀ ਸਮਝ ਗਿਆ ਸੀ ਕਿ ਜਿਹੜਾ ਉਹਨਾਂ ਦਾ ਉਹਦਾ ਜੀਵਨ ਆ ਉਹ ਇਸ ਆਪਾਂ ਕੀ ਕਹਾਂਗੇ ਅਧਿਆਤਮਿਕ ਜਿਹੜੀ ਹੈਗੀ ਆ ਕਿ ਗਿਆਨਵਾਨ ਚੇਲੇ ਨੇ ਮਹਿਸੂਸ ਕੀਤਾ ਕਿ ਉਹਦਾ ਜੀਵਨ ਆ ਜਿਹੜਾ ਦੈਵੀ ਮਿਸ਼ਨ ਪੂਰਾ ਕਰਨ ਲਈ ਆ, ਡਿਵਾਈਨ ਮਿਸ਼ਨ, ਹੈ ਨਾ। ਸੋ ਫਿਰ ਉਹ ਅੱਗੇ ਕੀ ਹੋਇਆ, ਹੀ ਚੂਜ਼ ਬਨਾਰਸ ਟੂ ਬੀ ਦਾ ਪਲੇਸ ਆਫ ਹਿਜ਼ ਫਿਊਚਰ ਐਕਟੀਵਿਟੀਜ਼। ਹੁਣ ਆਪਣੇ ਆਉਣ ਵਾਲੇ ਜੀਵਨ ਦੇ ਵਿੱਚ, ਭਵਿੱਖ ਦੇ ਵਿੱਚ ਜਿਹੜੀਆਂ ਵੀ ਉਹਨਾਂ ਨੇ ਐਕਟੀਵਿਟੀਜ਼ ਕਰਨੀਆਂ ਸੀ ਉਹਨਾਂ ਲਈ ਉਹਨਾਂ ਨੇ ਕਿਹੜੀ ਜਗ੍ਹਾ ਚੁਣੀ, ਬਨਾਰਸ ਨੂੰ ਚੁਣਿਆ। ਰਵਿਦਾਸ ਫੈਲਟ ਦੈਟ ਹਿਜ਼ ਟ੍ਰੇਨਿੰਗ ਇਨ ਸਪਿਰਿਚੁਅਲ ਲਾਈਫ ਵਾਸ ਨਾਟ ਜੈਟ ਕੰਪਲੀਟਡ। ਜੈਟ ਮੀਨਸ ਅਜੇ ਤੱਕ। ਰਵਿਦਾਸ ਜੀ ਪਰ ਇਹ ਮਹਿਸੂਸ ਕਰਦੇ ਸੀ ਕਿ ਉਹਨਾਂ ਦੀ ਅਧਿਆਤਮਿਕ ਸਿੱਖਿਆ ਜਿਹੜੀ ਅਜੇ ਪੂਰੀ ਨਹੀਂ ਹੋਈ। ਹੀ ਹੈਡ ਅ ਡਿਜ਼ਾਇਰ ਟੂ ਹੈਵ ਮੋਰ ਐਂਡ ਮੋਰ ਸਪਿਰਿਚੁਅਲ ਨੌਲੇਜ। ਉਹਨਾਂ ਦੀ ਹੋਰ ਜ਼ਿਆਦਾ ਤੋਂ ਜ਼ਿਆਦਾ ਇੱਛਾ ਸੀ ਹੋਰ ਅਧਿਆਤਮਿਕ ਗਿਆਨ ਹਾਸਲ ਕਰਨ ਦੀ। ਉਹਨਾਂ ਦੇ ਮਨ ਅੰਦਰ ਜਗਿਆਸਾ ਸੀ ਹੋਰ ਹਜੇ ਬਹੁਤ ਕੁਝ ਸਿੱਖਣ ਦੀ। ਫॉर ਦਿਸ ਹੀ ਡਿਸਾਈਡਡ ਟੂ ਬਿਊਟੀਫਾਈ ਐਨ ਏਰੀਆ ਆਫ ਫੋਰੈਸਟ ਵੇਅਰ ਹੀ ਕੁੱਡ ਮੈਡੀਟੇਟ ਇਨ ਪੀਸ। ਇਸ ਲਈ ਉਹਨਾਂ ਨੇ ਕੀ ਚੂਜ਼ ਕੀਤਾ, ਜੰਗਲ ਦਾ ਇੱਕ ਹਿੱਸਾ ਚੂਜ਼ ਕੀਤਾ, ਉਹਨੂੰ ਬਿਊਟੀਫਾਈ ਕੀਤਾ, ਮੀਨਜ਼ ਉਹਨੂੰ ਸੁੰਦਰ ਬਣਾਇਆ ਤਾਂ ਕਿ ਉੱਥੇ ਬੈਠ ਕੇ ਉਹ ਸ਼ਾਂਤੀ ਦੇ ਵਿੱਚ ਮੈਡੀਟੇਟ ਕਰ ਸਕਣ, ਧਿਆਨ ਲਗਾ ਸਕਣ। ਵਨ ਡੇ ਵਾਈਲ ਮੈਡੀਟੇਟਿੰਗ ਹੀ ਫੈਲਟ ਡਿਸਟਰਬਡ ਬਾਈ ਅ ਸਡਨ ਮੂਵਮੈਂਟ ਇਨ ਬੁਸ਼ਿਸ। ਬੁਸ਼ਿਸ ਹੁੰਦੀਆਂ ਨੇ ਝਾੜੀਆਂ। ਇੱਕ ਦਿਨ ਜਦੋਂ ਕਹਿੰਦੇ ਵਨ ਡੇ ਜਦੋਂ ਉਹ ਆਪਦਾ ਧਿਆਨ ਲਗਾ ਰਹੇ ਸੀ, ਧਿਆਨ ਕਰ ਰਹੇ ਸੀ, ਤਾਂ ਉਹਨਾਂ ਨੂੰ ਝਾੜੀਆਂ ਵਿੱਚ ਹੁੰਦੀ ਅਚਾਨਕ ਜਿਹੜੀ ਹਲਚਲ ਨੇ ਡਿਸਟਰਬ ਕੀਤਾ। ਰਵਿਦਾਸ ਗੋਟ ਅਪ ਐਂਡ ਲੁਕਡ ਅਰਾਊਂਡ। ਰਵਿਦਾਸ ਜੀ ਉੱਠੇ ਅਤੇ ਉਹਨਾਂ ਨੇ ਇੱਧਰ ਉੱਧਰ ਸਾਰੇ ਪਾਸੇ ਦੇਖਿਆ। ਅ ਸ਼ੀ ਡੀਅਰ ਹੈਡ ਬੀਨ ਕਾਊਟ ਇਨ ਅ ਨੈਟ ਲੇਡ ਬਾਏ ਅ ਹੰਟਰ। ਇੱਕ ਸ਼ੀ ਡੀਅਰ ਮੀਨਸ ਮਾਦਾ ਹਿਰਨ ਫਸ ਚੁੱਕੀ ਸੀ ਜਾਲ ਦੇ ਵਿੱਚ, ਜਿਹੜਾ ਕਿ ਉੱਥੇ ਹੰਟਰ ਨੇ ਵਿਛਾਇਆ ਹੋਇਆ ਸੀ ਜਾਲ। ਦਾ ਪੂਅਰ ਐਨੀਮਲ ਵਾਜ਼ ਸਟਰਗਲਿੰਗ ਟੂ ਗੈਟ ਫਰੀ। ਜਿਹੜਾ ਹੁਣ ਵਿਚਾਰਾ ਉਹ ਲਾਚਾਰ ਜਾਨਵਰ ਸੀ, ਕਿਹਦੀ ਗੱਲ ਹੋ ਰਹੀ ਹੈ, ਸ਼ੀ ਡੀਅਰ ਦੀ। ਉਹ ਉੱਥੇ ਕੀ ਕਰ ਰਿਹਾ, ਸੰਘਰਸ਼ ਕਰ ਰਿਹਾ ਸੀ ਆਜ਼ਾਦ ਹੋਣ ਲਈ। ਐਜ਼ ਹੰਟਰ ਅਪਰੋਚਡ ਹਰ, ਜਿਉਂ ਹੀ ਹੰਟਰ ਆ ਜਿਹੜਾ ਉਹਦੇ ਸਾਹਮਣੇ ਆਇਆ ਜਾਂ ਉਹਦੇ ਕੋਲ ਆਇਆ, ਸ਼ੀ ਲੁਕਡ ਐਟ ਹਿਮ ਵਿਦ ਪਲੀਡਿੰਗ ਆਈਜ਼। ਉਹਨੇ ਉਹਦੇ ਵੱਲ ਜਾਚਨਾ ਭਰੀਆਂ ਜਾਂ ਬੇਨਤੀ ਭਰੀਆਂ ਅੱਖਾਂ ਨਾਲ ਵੇਖਿਆ। ਇਟ ਵਾਜ਼ ਐਜ਼ ਇਫ ਸ਼ੀ ਵਾਜ਼ ਬੈਗਿੰਗ ਫॉर ਮਰਸੀ। ਇਸ ਤਰੀਕੇ ਨਾਲ ਲੱਗ ਰਿਹਾ ਸੀ ਜਾਂ ਇੱਦਾਂ ਲੱਗ ਰਿਹਾ ਸੀ ਕਿ ਉਹ ਤੋਂ ਦਇਆ ਦੀ ਭੀਖ ਮੰਗ ਰਿਹਾ। ਮਰਸੀ ਕੀ ਹੁੰਦੀ ਹੈ, ਦਇਆ। ਇਟ ਵਾਜ਼ ਹਰ ਟਾਈਮ ਟੂ ਫੀਡ ਹਰ ਜੰਗਬੰਜ। ਇਹ ਉਹਦਾ ਸਮਾਂ ਸੀ, ਜਿਹੜੇ ਉਹਦੇ ਛੋਟੇ ਬੱਚੇ ਸੀ ਜੰਗਬੰਜ ਸੀ, ਉਹਨਾਂ ਨੂੰ ਦੁੱਧ ਪਿਲਾਉਣ ਦਾ ਸਮਾਂ ਸੀ, ਫੀਡ ਕਰਨ ਦਾ ਸਮਾਂ ਸੀ। The three fawns come jumping to her joyfully, but they were shocked when they saw her mother in a miserable plight. ਕਹਿੰਦੇ ਤਿੰਨ ਛੋਟੇ ਜਿਹੜੇ ਡੀਅਰ ਦੇ ਬੱਚੇ ਸੀ ਉਹ ਖੁਸ਼ੀ ਨਾਲ ਕੁੱਦਦੇ ਹੋਏ ਉਹਦੇ ਕੋਲ ਆਏ, ਪਰ ਜਦੋਂ ਉਹਨਾਂ ਨੇ ਆਪਦੀ ਮਾਂ ਨੂੰ ਇਸ ਤਰਸਯੋਗ ਹਾਲਤ ਦੇ ਵਿੱਚ ਦੇਖਿਆ ਤਾਂ ਉਹ ਆਪਾਂ ਕਹਾਂਗੇ ਸ਼ੌਕ ਰਹਿ ਗਏ, ਹੈ ਨਾ, ਉਹਨਾਂ ਨੂੰ ਧੱਕਾ ਲੱਗਿਆ ਜਾਂ ਮਨ ਨੂੰ, ਹੈ ਨਾ। ਦ ਮਦਰ ਐਂਡ ਹਰ ਯੰਗ ਵਨਸ ਵਰ ਅ ਪੇਨਫੁਲ ਪਿਕਚਰ ਆਫ ਮਿਜ਼ਰੀ ਐਂਡ ਹੈਲਪਲੈਸਨੈਸ। ਮਾਂ ਅਤੇ ਛੋਟੇ ਬੱਚੇ ਦਇਆ ਅਤੇ ਲਾਚਾਰੀ ਦੀ ਇੱਕ ਦੁੱਖ ਭਰੀ ਤਸਵੀਰ ਬਣੇ ਹੋਏ ਸਨ। ਦ ਮਦਰ ਐਂਡ ਹਰ ਯੰਗ ਵਨ ਵਾਜ ਅ ਪੇਨਫੁਲ ਪਿਕਚਰ ਆਫ ਮਿਜ਼ਰੀ ਐਂਡ ਹੈਲਪਲੈਸਨੈਸ। ਹੋ ਗਿਆ, ਓਕੇ। Their silent prayers and their sad eyes could have melted even a heart of stones.
ਜਿਹੜੇ ਕਹਿੰਦੇ ਉਹਨਾਂ ਦੀ ਜਿਹੜੀ ਚੁੱਪ ਚਾਪ ਖਾਮੋਸ਼ੀ ਭਰੀ ਮੂਕ ਜਾਚਨਾ ਸੀ ਅਤੇ ਉਹਨਾਂ ਦੀਆਂ ਉਦਾਸੀ ਭਰੀਆਂ ਜਿਹੜੀਆਂ ਅੱਖਾਂ ਸੀ ਉਹ ਕਿਸੇ ਪੱਥਰ ਦਿਲ ਨੂੰ ਵੀ ਪਿਘਲਾ ਸਕਦੀਆਂ ਸੀ। ਬਟ ਦ ਕਰੂਅਲ ਹੰਟਰ ਰਿਮੇਨਡ ਅਨਮੂਵਡ, ਪਰ ਜਿਹੜਾ ਜ਼ਾਲਮ ਸ਼ਿਕਾਰੀ ਸੀ ਉਹਦਾ ਮਨ ਨਹੀਂ ਪਿਘਲਿਆ, ਉਹ ਨਹੀਂ ਹਿੱਲਿਆ। ਹਿਜ਼ ਆਈ ਸ਼ੋਡ ਨੋ ਟਰੇਸ ਆਫ ਪਿਟੀ ਔਰ ਕਾਈਂਡਨੈਸ, ਉਹਦੇ ਸ਼ਿਕਾਰੀ ਦੀ ਗੱਲ ਹੋ ਰਹੀ ਹੈ, ਉਹਦੀਆਂ ਅੱਖਾਂ ਵਿੱਚ ਨਾ ਕੋਈ ਹਮਦਰਦੀ ਨਾ ਕੋਈ ਉਦਾਰਤਾ ਦਾ ਭਾਵ ਸੀ। ਹੀ ਸਟੈਪਡ ਫਾਰਵਰਡ ਟੂ ਕੈਪਚਰ ਦ ਐਨੀਮਲ ਐਂਡ ਹਰ ਯੰਗ ਵਨ, ਸਟੈਪਡ ਫਾਰਵਰਡ, ਉਹ ਅੱਗੇ ਵਧਿਆ, ਕਿਹਨੂੰ, ਬੱਚਿਆਂ ਨੂੰ ਅਤੇ ਉਸ ਐਨੀਮਲ ਉਸ ਜਾਨਵਰ ਨੂੰ ਫੜਨ ਲਈ, ਉਹਦੇ ਬੱਚਿਆਂ ਨੂੰ ਅਤੇ ਹਿਰਨੀ ਦੇ ਬੱਚਿਆਂ ਨੂੰ ਅਤੇ ਹਿਰਨੀ ਨੂੰ ਪਕੜਨ ਲਈ। ਐਜ਼ ਰਵਿਦਾਸ ਲੁਕਡ ਐਟ ਹਿਮ, ਜਿਉਂ ਹੀ ਰਵਿਦਾਸ ਨੇ ਉਹਨਾਂ ਨੂੰ ਵੇਖਿਆ, ਹਿਜ਼ ਹਾਰਟ ਫੈਲਟ ਇਨ ਪਿਟੀ, ਉਹਨਾਂ ਦਾ ਦਿਲ ਪਿਘਲ ਗਿਆ। ਹੀ ਫੈਲਟ ਇਟ ਹਿਜ਼ ਡਿਊਟੀ ਟੂ ਸੇਵ ਦ ਪੂਅਰ ਹੈਲਪਲੈਸ ਐਨੀਮਲ ਫਰੋਮ ਡੈਥ, ਉਹਨਾਂ ਨੇ ਮਹਿਸੂਸ ਕੀਤਾ ਕਿ ਦੁਖੀ ਅਤੇ ਲਾਚਾਰ ਜਿਹੜੇ ਪਸ਼ੂ ਨੇ ਉਹਨਾਂ ਨੂੰ ਮੌਤ ਤੋਂ ਬਚਾਉਣਾ ਉਹਦਾ ਕਰਤੱਵ ਹੈ। ਹੀ ਬੈਂਟ ਅਪ ਟੂ ਦ ਹੰਟਰ ਐਂਡ ਸਪੋਕ ਲਾਈਕ ਦਿਸ, ਉਹ ਫਿਰ ਕੀ ਕੀਤਾ, ਉਹਨਾਂ ਨੇ ਸ਼ਿਕਾਰੀ ਦੇ ਕੋਲ ਗਏ ਅਤੇ ਉਹਨੂੰ ਕਹਿਣ ਲੱਗੇ ਜਾਂ ਇਸ ਪ੍ਰਕਾਰ ਬੋਲੇ, ਵੀ ਆਲ ਆਰ ਦ ਚਿਲਡਰਨ ਆਫ ਦ ਸੇਮ ਗੋਡ, ਅਸੀਂ ਸਭ ਉਸ ਇੱਕ ਪਰਮਾਤਮਾ ਦੀ ਸੰਤਾਨ ਆ। ਗੋਡ ਇਜ਼ ਆਵਰ ਲਵਿੰਗ ਫਾਦਰਸ, ਜਿਹੜਾ ਪਰਮਾਤਮਾ ਉਹ ਸਾਡਾ ਸਭ ਦਾ ਪਿਆਰਾ ਪਿਤਾ। ਇਟ ਇਜ਼ ਦ ਡਿਵਾਈਨ ਐਸੈਂਸ ਦੈਟ ਰਨਸ ਇਨ ਦ ਹਿਊਮਨ ਹਾਰਟ ਐਜ਼ ਲਵ, ਉਸ ਪਰਮਾਤਮਾ ਦਾ ਜਾਂ ਦੈਵੀ ਅੰਸ਼ ਹੀ ਆ, ਸਾਰੀ ਆ, ਜਿਹੜਾ ਸਾਡੇ ਸਾਰੇ ਮਨੁੱਖਾਂ ਦੇ ਦਿਲਾਂ ਦੇ ਵਿੱਚ ਪਿਆਰ ਬਣ ਕੇ ਧੜਕਦਾ। ਇਟ ਇਜ਼ ਅ ਡਿਵਾਈਨ ਐਸੈਂਸ ਦੈਟ ਫਿਲਸ ਦ ਰੋਜ਼ ਵਿਦ ਫ੍ਰੈਗਨੈਂਸ, ਉਹੀ ਡਿਵਾਈਨ ਸਾਰ ਆ ਜਾਂ ਖੁਸ਼ਬੂ ਆ ਜਿਹੜੀ ਗੁਲਾਬ ਦੇ ਫੁੱਲਾਂ ਦੇ ਵਿੱਚ ਖੁਸ਼ਬੂ ਭਰਦੀ ਆ। ਇਟ ਅਗੇਨ ਇਟ ਇਜ਼ ਅ ਡਿਵਾਈਨ ਐਸੈਂਸ ਦੈਟ ਫਿਲਸ ਦ ਰੇਨਬੋ ਵਿਦ ਬਿਊਟੀ, ਇਹ ਉਹੀ ਈਸ਼ਵਰੀ ਸੁਗੰਧ ਆ ਜਿਹੜੇ ਇੰਦਰਧਨੁਸ਼ ਨੂੰ ਸੁੰਦਰਤਾ ਨਾਲ ਭਰ ਦਿੰਦੀ ਹੈ। ਇੰਦਰਧਨੁਸ਼ ਕੀ ਹੁੰਦਾ, ਜਿਹੜਾ ਮੀਂਹ ਪੈਣ ਤੋਂ ਬਾਅਦ ਆਪਾਂ ਸਤਰੰਗੀ ਪਿੰਕ ਕਹਿੰਦੇ ਹਾਂ ਨਾ, ਰੇਨਬੋ। ਇਟ ਇਜ਼ ਦ ਡਿਵਾਈਨ ਐਸੈਂਸ ਦੈਟ ਫਿਲਸ ਦ ਵਰਡ ਵਿਦ ਜੋਏ, ਦ ਐਪਲ ਵਿਦ ਜੂਸ ਐਂਡ ਦ ਵੋਇਸ ਵਿਦ ਸਵੀਟਨੈਸ, ਇਹ ਉਹੀ ਈਸ਼ਵਰੀ ਸੁਗੰਧ ਆ ਜੋ ਪੰਛੀਆਂ ਵਿੱਚ ਆਨੰਦ, ਸੇਬਾਂ ਦੇ ਵਿੱਚ ਰਸ ਅਤੇ ਬਾਣੀ ਦੇ ਵਿੱਚ ਮਿਠਾਸ ਭਰ ਦਿੰਦੀ ਹੈ। ਦੇਅਰਫੋਰ ਵੀ ਸ਼ੁੱਡ ਲਵ ਐਵਰੀ ਕ੍ਰੀਏਚਰ ਲਿਵਿੰਗ ਔਨ ਦਾ ਅਰਥ, ਇਸ ਲਈ ਸਾਨੂੰ ਧਰਤੀ ਉੱਤੇ ਰਹਿਣ ਵਾਲੇ ਸਾਰੇ ਜੀਵਾਂ ਨੂੰ, ਕ੍ਰੀਏਚਰ ਜੀਵ, ਸਾਰੇ ਜੀਵਾਂ ਨੂੰ ਪਿਆਰ ਕਰਨਾ ਚਾਹੀਦਾ। ਆਲ ਫਾਰਮਸ ਆਫ ਲਾਈਫ ਆਰ ਸੈਕਰਡ, ਕਹਿੰਦੇ ਜਿੰਨੀਆਂ ਵੀ ਕਿਸਮਾਂ ਨੇ ਜੀਵਾਂ ਦੀਆਂ ਸਭ ਪਵਿੱਤਰ ਨੇ। ਸੈਕਰਡ ਮੀਨਸ ਪਵਿੱਤਰ। ਇਟ ਇਜ਼ ਅ ਮੈਨਸ ਮੋਸਟ ਸੈਕਰਡ ਡਿਊਟੀ ਟੂ ਬ੍ਰਿੰਗ ਪੀਸ ਟੂ ਦ ਟਰਬਲਡ ਹਾਰਟ, ਹਾਂ ਹੁਣ ਇੱਥੇ ਕੀ ਗੱਲ ਕਿਹਾ, ਕਹਿੰਦੇ ਮਨੁੱਖ ਦਾ ਇਹ ਪਵਿੱਤਰ ਕਰਤੱਵ ਆ ਕਿ ਜਿਹੜਾ ਵੀ ਕੋਈ ਦੁਖੀ ਮਨ ਉਹਨੂੰ ਮਿਲਦਾ ਉਹਨੂੰ ਸ਼ਾਂਤੀ ਪਹੁੰਚਾਵੇ। ਠੀਕ, ਵੀ ਸ਼ੁੱਡ ਨੈਵਰ ਕਾਜ਼ ਪੇਨ, ਸਫਰਿੰਗ ਔਰ ਡੈਥ ਫॉर ਐਨੀ ਲਿਵਿੰਗ ਵਨ, ਮੀਨਸ ਇੱਥੇ ਸਾਨੂੰ ਕਿਸੇ ਵੀ ਜੀਵਤ ਨੂੰ ਪੀੜਾ ਜਾਂ ਕਸ਼ਟ ਨਹੀਂ ਪਹੁੰਚਾਉਣਾ ਚਾਹੀਦਾ। ਹਾਂਜੀ, ਵੀ ਸ਼ੁੱਡ ਲਵ ਆਲ ਥਿੰਗਸ ਗ੍ਰੇਟ ਔਰ ਸਮਾਲ, ਸਾਨੂੰ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਵੀ ਉਸ ਪਰਮਾਤਮਾ ਨੇ ਬਣਾਈਆਂ ਨੇ ਉਹਨਾਂ ਨੂੰ ਪਿਆਰ ਕਰਨਾ ਚਾਹੀਦਾ, ਚਾਹੇ ਉਹ ਛੋਟੀਆਂ ਹੋਣ ਚਾਹੇ ਉਹ ਵੱਡੀਆਂ ਹੋਣ। ਈਵਨ ਅ ਟੈਨੀ ਇਨਸੈਕਟ ਇਨ ਗ੍ਰਾਸ ਐਜ਼ ਸੈਕਰਡ ਐਜ਼ ਹਿਊਮਨ ਚਾਈਲਡ, ਇੱਥੋਂ ਤੱਕ ਕਹਿੰਦੇ ਛੋਟੇ ਤੋਂ ਛੋਟਾ ਕੀੜਾ ਵੀ ਜਿਹੜਾ ਘਾਹ ਦੇ ਵਿੱਚ ਆ ਉਹ ਵੀ ਓਨਾ ਹੀ ਪਵਿੱਤਰ ਹੈ ਜਿੰਨਾ ਮਨੁੱਖ ਦਾ ਬੱਚਾ। The hunter listened to the kind words of Sant Ravidas and felt deep respect for Sant। ਹੁਣ ਜਿਹੜਾ ਉਹ ਸ਼ਿਕਾਰੀ ਸੀ, ਕਰੂਅਲ ਸ਼ਿਕਾਰੀ ਸੀ ਹੈ ਨਾ ਜ਼ਾਲਮ, ਉਹਨੇ ਕੀ ਕਰਿਆ, ਸੰਤ ਰਵਿਦਾਸ ਜੀ ਦੇ ਦਿਆਲਤਾਪੂਰਨ ਮਿੱਠੇ ਸ਼ਬਦ ਸੁਣੇ ਅਤੇ ਉਹਨਾਂ ਦਾ ਬਹੁਤ ਆਦਰ ਕੀਤਾ ਉਹਨਾਂ ਨੇ। The charm of Sant's personality and his words of wisdom washed away all evil thoughts from the hunter's mind। ਸੰਤ ਰਵਿਦਾਸ ਜੀ ਦੀ ਜਿਹੜੀ ਸ਼ਖਸੀਅਤ ਸੀ, ਜਾਦੂ ਭਰੀ ਸ਼ਖਸੀਅਤ ਆਪਾਂ ਕਹਿ ਸਕਦੇ ਹਾਂ, ਉਹਨੇ ਅਤੇ ਉਹਨਾਂ ਦੇ ਮਿੱਠੇ ਸ਼ਬਦਾਂ ਨੇ, ਡੀਪ ਡੂੰਘੇ ਗਿਆਨਵਾਨ ਸ਼ਬਦਾਂ ਨੇ ਜਿਹੜਾ ਸ਼ਿਕਾਰੀ ਸੀਗਾ ਉਹਦੇ ਮਨ ਦੇ ਵਿੱਚੋਂ ਸਾਰੀਆਂ ਬੁਰਾਈਆਂ ਨੂੰ ਧੋ ਦਿੱਤਾ। ਇਟ ਵਾਜ਼ ਅ ਮਿਰੇਕਲ ਫॉर ਹੰਟਰ, ਸ਼ਿਕਾਰੀ ਲਈ ਇਹ ਕੀ ਸੀ, ਇੱਕ ਚਮਤਕਾਰ ਸੀ।
A short meeting with the great saint had changed him completely. ਇਸ ਛੋਟੀ ਜਿਹੀ ਪਲ ਭਰ ਦੀ ਮੀਟਿੰਗ ਨੇ ਜਾਂ ਸੰਪਰਕ ਨੇ ਉਸ ਸੰਤ ਦੇ ਨਾਲ ਉਹਦੇ ਜੀਵਨ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ। The killer's heart was filled with love for God and all his creations. ਕਿਲਰਸ ਹਾਰਟ ਹੁਣ ਕਿਹਦੇ ਲਈ ਕਿਹਾ? ਸ਼ਿਕਾਰੀ ਜਿਹੜਾ ਪਹਿਲਾਂ ਉਹਨਾਂ ਜਾਨਵਰਾਂ ਨੂੰ ਮਾਰਨ ਲਈ ਆਇਆ ਸੀ। ਉਸ ਮਤਲਬ ਕਿ ਕਿਲਰ ਆਪਾਂ ਹੁਣ ਉਹੀ ਕਿਹਾ ਵੀ ਮਾਰਨ ਵਾਲੇ ਦੇ ਦਿਲ ਵਿੱਚ ਵੀ ਪਰਮਾਤਮਾ ਲਈ ਅਤੇ ਪਰਮਾਤਮਾ ਦੇ ਸਾਰੇ ਕ੍ਰੀਏਸ਼ਨਸ ਜਿੰਨੀ ਵੀ ਉਹਨੇ ਸਿਰਜਣਾ ਕੀਤੀ ਉਹਦੇ ਲਈ ਪਿਆਰ ਭਰਤਾ। ਹੰਟਰ ਪ੍ਰੋਮਿਸ ਟੂ ਲੀਡ a compassionate life and never to cause harm to anyone. ਹੁਣ ਉਹ ਜਿਹੜਾ ਹਤਿਆਰਾ ਸੀ, ਜਿਹੜਾ ਹੰਟਰ ਪਹਿਲਾਂ, ਉਹਨੇ ਹੁਣ ਕੀ ਵਾਅਦਾ ਕੀਤਾ? ਦੇਖੋ ਉਹਨੇ ਵਾਅਦਾ ਕੀਤਾ ਉਹ ਇੱਕ ਚੰਗੀ ਨੈਤਿਕ ਜ਼ਿੰਦਗੀ ਸਦਾਚਾਰੀ ਜੀਵਨ ਜਿਊਂਗਾ ਅਤੇ ਕਦੇ ਵੀ ਕਿਸੇ ਨੂੰ ਕਸ਼ਟ ਨਹੀਂ ਪਹੁੰਚਾਵੇਗਾ। ਇਹ ਉਹਨੇ ਸੰਤ ਜੀ ਨਾਲ, ਸੰਤ ਰਵਿਦਾਸ ਜੀ ਨਾਲ ਵਾਅਦਾ ਕੀਤਾ। ਸੰਤ ਰਵਿਦਾਸ ਵਾਜ਼ ਆਲਵੇਜ਼ ਵੈਰੀ ਹੰਬਲ। ਸੰਤ ਰਵਿਦਾਸ ਜੀ ਹਮੇਸ਼ਾ ਹੀ ਬਹੁਤ ਬਨਿਮਰ ਵਿਅਕਤੀ ਸਨ। ਹੀ ਵਾਜ਼ ਡਿਫਰੈਂਟ ਫਰੋਮ ਦਾ ਮੋਸਟ ਆਫ ਦਾ ਸਕੋਲਰ ਐਂਡ ਰਿਲੀਜੀਅਸ ਮੈਨ ਆਫ ਹਿਸ ਟਾਈਮ। ਉਹ ਭਿੰਨ ਸੀ। ਡਿਫਰੈਂਟ ਮੀਨਸ ਭਿੰਨ। ਉਹਨਾਂ ਦੇ ਸਮੇਂ ਦੇ ਵਿੱਚ ਜਿੰਨੇ ਵੀ ਬੁੱਧੀਮਾਨ ਲੋਕ ਸੀ ਜਾਂ ਵਿਦਵਾਨ ਸੀ ਜਾਂ ਧਾਰਮਿਕ ਵਿਅਕਤੀ ਸੀ, ਉਹਨਾਂ ਸਾਰਿਆਂ ਨਾਲੋਂ, ਉਸ ਸਮੇਂ ਦੇ ਨਾਲੋਂ ਉਹ ਭਿੰਨ ਸੀ। ਹੀ ਵਾਜ਼ ਨੈਵਰ ਬੋਸਟਡ। ਬੋਸਟਡ ਹੁੰਦਾ ਪੁੱਤ ਬੋਸਟ, BOAST। ਬੋਸਟ ਦਾ ਮਤਲਬ ਸੇਖੀ ਮਾਰਨਾ, ਡੀਂਗ ਹਾਕਣਾ ਹੈ ਨਾ, ਬੋਸਟਡ ਡੀਂਗਾ ਮਾਰਨਾ ਹੋਣਾ। ਆਫ ਹਿਜ਼ ਨੌਲੇਜ ਐਂਡ ਵਿਜ਼ਡਮ। ਉਹਨਾਂ ਨੇ ਕਦੇ ਵੀ, ਨੈਵਰ ਹੁੰਦਾ ਕਦੇ ਵੀ, ਉਹਨਾਂ ਨੇ ਕਦੇ ਵੀ ਆਪਣੇ ਗਿਆਨ ਦੀ, ਆਪਣੀ ਸਿਆਣਪ ਦੀ ਡੀਂਗ ਨਹੀਂ ਹਾਕੀ, ਸੇਖੀ ਨਹੀਂ ਮਾਰੀ। ਮੀਨਸ ਹਿਜ਼ ਡਿਵਾਈਨ ਨੌਲੇਜ ਕੇਮ ਫਰੋਮ ਵਿਦਿਨ। ਉਹਨਾਂ ਦੀ ਜਿਹੜੀ ਦੈਵੀ ਗਿਆਨ ਸੀਗਾ ਉਹਨਾਂ ਦੇ ਅੰਦਰੋਂ ਹੀ ਆਉਂਦਾ ਸੀ। ਹਿਜ਼ ਸਪਿਰਿਚੁਅਲ ਮੈਸੇਜ ਅਪੀਲਸ ਟੂ ਐਵਰੀ ਹਾਰਟ। ਉਹਨਾਂ ਦੇ ਜਿਹੜੇ ਅਧਿਆਤਮਿਕ ਆਪਾਂ ਕਹਾਂਗੇ ਪ੍ਰਵਚਨ ਸੀ, ਸਾਰਿਆਂ ਨੂੰ ਪ੍ਰਭਾਵਿਤ ਕਰਦੇ ਸੀ, ਹਰ ਇੱਕ ਦਿਲ ਨੂੰ ਪ੍ਰਭਾਵਿਤ ਕਰਦੇ ਸੀ। ਪੀਪਲ ਲਿਸਨ ਟੂ ਹਿਮ ਸਪੈਲ ਬਾਉਂਡ। ਲੋਕ ਕਹਿੰਦੇ ਜਿਹੜੇ ਉਹਨਾਂ ਨੂੰ ਮੰਤਰ ਮੁਗਧ, ਹੁਣ ਇੱਥੇ ਸਪੈਲ ਬਾਉਂਡ ਮੀਨਸ ਮੰਤਰ ਮੁਗਧ ਹੋ ਕੇ ਸੁਣਦੇ ਸੀ। ਮੀਨਸ ਉਹਨਾਂ ਦੀਆਂ ਗੱਲਾਂ ਦੇ ਵਿੱਚ ਖੋ ਜਾਂਦੇ ਸੀ। ਹੀ ਸਪੋਕ ਇਨ ਅ ਸਿੰਪਲ ਐਂਡ ਕਲੀਅਰ ਮੈਨਰ। ਉਹ ਸਰਲ ਅਤੇ ਸਪਸ਼ਟ ਭਾਸ਼ਾ ਵਿੱਚ ਬੋਲਦੇ ਸਨ। ਹੀ ਟੋਲਡ ਪੀਪਲ ਦੈਟ ਆਲ ਆਰ ਇਕੁਅਲ ਇਨ ਦ ਆਈਜ਼ ਆਫ ਗੋਡ। ਉਹ ਲੋਕਾਂ ਨੂੰ ਕੀ ਦੱਸਦੇ ਸੀ ਕਿ ਪਰਮਾਤਮਾ ਦੀ ਨਜ਼ਰ ਦੇ ਵਿੱਚ ਸਭ ਬਰਾਬਰ ਹਨ। ਠੀਕ ਆ। ਹੁਣ ਅੱਗੇ ਕੀ ਹੈ? ਦਾ ਡਿਸਟਿੰਕਸ਼ਨ ਆਫ ਕਾਸਟ। ਕਾਸਟ ਹੁੰਦੀ ਜਾਤ, ਕਲਰ ਐਂਡ ਕ੍ਰੀਡ ਆਰ ਮੀਨਿੰਗਲੈਸ। ਜਾਤ ਦੇ ਆਧਾਰ 'ਤੇ ਡਿਸਟਿੰਕਸ਼ਨ ਹੁੰਦਾ ਭਿੰਨਤਾ ਜਾਂ ਵੰਡੀਆਂ। ਜਾਤ, ਰੰਗ ਜਾਂ ਨਸਲ, ਭੇਦ, ਧਰਮ ਦੇ ਇਹਨਾਂ ਦੇ ਬੇਸ 'ਤੇ ਕਿਸੇ ਵੀ ਤਰ੍ਹਾਂ ਦੀਆਂ ਜਿਹੜੀਆਂ ਕੋਈ ਵੰਡੀਆਂ ਪਾਈਆਂ ਹੋਈਆਂ ਨੇ ਉਹ ਵਿਅਰਥ ਨੇ। ਦੇ ਆਰ ਆਲ ਮੈਨ ਮੇਡ। ਕਿਉਂਕਿ ਮਨੁੱਖ ਦੀਆਂ ਬਣਾਈਆਂ ਹੋਈਆਂ ਨੇ, ਪਰਮਾਤਮਾ ਨੇ ਨਹੀਂ ਬਣਾਈਆਂ। ਸਾਨੂੰ ਉਹਨੇ ਇੱਕ ਐਜ਼ ਅ ਹਿਊਮਨ ਬਣਾ ਕੇ ਭੇਜਿਆ, ਨਾ ਕੋਈ ਸਾਡਾ ਰੰਗ, ਨਾ ਧਰਮ, ਨਾ ਜਾਤ ਬਣਾ ਕੇ ਨਹੀਂ ਭੇਜਿਆ। ਸੈਂਟ ਰਵਿਦਾਸ brought great hope for those who were poor, weak and backward. ਹੁਣ ਸੰਤ ਰਵਿਦਾਸ ਜੀ ਸੀ ਜਿਹੜੇ ਉਹਨਾਂ ਲੋਕਾਂ ਲਈ ਇੱਕ ਵੱਡੀ ਆਸ ਲੈ ਕੇ ਆਏ ਜਿਹੜੇ ਗਰੀਬ ਸੀਗੇ, ਕਮਜ਼ੋਰ ਸੀਗੇ ਜਾਂ ਪਛੜੇ ਹੋਏ ਸੀ। ਹੀ ਫੀਲਡ them with hope, courage and confidence. ਸੰਤ ਰਵਿਦਾਸ ਜੀ ਨੇ ਉਹਨਾਂ ਦੇ ਅੰਦਰ ਇੱਕ ਆਸ ਭਰੀ, ਸਾਹਸ ਭਰਿਆ। ਕਰਜ਼ ਕੀ ਹੁੰਦਾ? ਸਾਹਸ ਅਤੇ ਕੌਨਫੀਡੈਂਸ ਮੀਨਸ ਵਿਸ਼ਵਾਸ ਜਾਂ ਭਰੋਸਾ ਭਰਿਆ। He inspired them not to bow the injustice demand of high caste people. Injustice means ਅਨਿਆਏਪੂਰਨ। ਡਿਮਾਂਡਸ ਹੁੰਦੀਆਂ ਮੰਗਾਂ, ਹੈ ਨਾ। ਉਹਨਾਂ ਨੇ ਉਹਨਾਂ ਨੂੰ ਇੰਸਪਾਇਰ ਕੀਤਾ। ਇੰਸਪਾਇਰ ਮੀਨਸ ਪ੍ਰੇਰਿਤ ਕੀਤਾ ਕਿ ਉਹ ਜਿਹੜੇ ਉੱਚੀ ਜਾਤੀ ਦੇ ਲੋਕ ਨੇ ਉਹਨਾਂ ਦੀਆਂ ਅਨਿਆਏਪੂਰਨ ਜਿਹੜੀਆਂ ਮੰਗਾਂ ਨੇ ਉਹਨਾਂ ਅੱਗੇ ਨਾ ਝੁਕਣ। ਠੀਕ। He inspired them to recognize the strength of the spirit within them. ਉਹਨਾਂ ਨੇ ਉਹਨਾਂ ਨੂੰ ਆਪਣੀ ਆਤਮਾ ਦੀ ਸ਼ਕਤੀ ਪਹਿਚਾਨਣ ਲਈ ਪ੍ਰੇਰਿਤ ਕੀਤਾ ਕਿ ਤੁਹਾਡੇ ਅੰਦਰ ਸ਼ਕਤੀ ਹੈ, ਤੁਸੀਂ ਉਹਨੂੰ ਪਹਿਚਾਣੋ। He asked them to stay away from all big thoughts. ਉਹਨਾਂ ਨੇ ਉਹਨਾਂ ਨੂੰ, ਗਰੀਬ ਲੋਕਾਂ ਨੂੰ ਪ੍ਰੇਰਣਾ ਦਿੱਤੀ ਕਿ ਜਿਹੜੇ ਉਹਨਾਂ ਦੇ ਅੰਦਰ ਕਮਜ਼ੋਰ ਭਾਵਨਾਵਾਂ ਨੇ ਉਹ ਉਹਨਾਂ ਨੂੰ ਦੂਰ ਕੱਢ ਕੇ ਸੁੱਟਦੇ ਨੇ। ਹੀ ਆਲਵੇਜ਼ ਸੈਡ ਅਨਟਚੇਬਿਲਟੀ ਇਜ਼ ਅ ਸਿਨ ਅਗੇਂਸਟ ਹਿਊਮੈਨਿਟੀ। ਅਨਟਚੇਬਿਲਟੀ ਮੀਨਸ ਹੁੰਦੀ ਆ ਪੁੱਤ ਛੂਤ ਛਾਤ, ਹੈ ਨਾ। ਛੂਤ ਛਾਤ ਮੀਨਸ ਆਪਾਂ ਕਹਿੰਦੇ ਕਿਸੇ ਦੇ ਹੱਥ ਲਾਉਣ ਨਾਲ ਕੋਈ ਪਿੱਟਿਆ ਗਿਆ। ਪਹਿਲੇ ਸਮਿਆਂ 'ਚ ਬਹੁਤ ਜ਼ਿਆਦਾ ਹੁੰਦੀ ਸੀ ਅਤੇ ਉਹਨਾਂ ਨੇ ਕੀ ਕਿਹਾ ਗਾ, ਜਿਹੜੀ ਛੂਤ ਛਾਤ ਆ ਮਾਨਵਤਾ ਦੇ ਵਿਰੁੱਧ ਪਾਪ ਹੈ।
ਸੋ ਸਾਨੂੰ ਕਿਸੇ ਤੋਂ ਵੀ ਇਸ ਤਰੀਕੇ ਦੀ ਘਿਰਣਾ ਨਹੀਂ ਕਰਨੀ ਚਾਹੀਦੀ। ਸੈਂਟ ਰਵਿਦਾਸ ਕੰਟੀਨਿਊਡ ਟੂ ਗਾਈਡ ਐਂਡ ਰਿਫਾਰਮ ਦਾ ਸੁਸਾਇਟੀ ਆਫ ਹਿਜ਼ ਟਾਈਮ ਆਲ ਹਿਜ਼ ਲਾਈਫ। ਸੰਤ ਰਵਿਦਾਸ ਜੀ ਜੀਵਨ ਭਰ ਆਪਣੇ ਸਮੇਂ ਦੇ ਜਿਹੜੇ ਉਹਨਾਂ ਜਦੋਂ ਉਹ ਸੀਗੇ ਉਹਨਾਂ ਦੇ ਸਮੇਂ ਦੇ ਸਮਾਜ ਨੂੰ ਸੁਧਾਰਨ ਲਈ ਲੋਕਾਂ ਦਾ ਮਾਰਗਦਰਸ਼ਨ ਕਰਦੇ ਰਹੇ। ਈਵਨ ਇਨ ਹਿਜ਼ ਓਲਡ ਏਜ, ਇੱਥੋਂ ਤੱਕ ਕਿ ਉਹਨਾਂ ਦੇ ਬੁਢਾਪੇ ਵਿੱਚ, ਜਿਵੇਂ ਆਪਾਂ ਕਿ ਓਲਡ ਏਜ ਬੁਢਾਪਾ, ਹੀ ਹੈਡ ਡਿਵਾਈਨ ਗਲੋ ਔਨ ਹਿਜ਼ ਫੇਸ, ਉਹਨਾਂ ਦੇ ਚਿਹਰੇ 'ਤੇ ਇੱਕ ਦੈਵੀ ਚਮਕ ਸੀ। ਆਲ ਹਿਜ਼ ਮੈਂਟਲ ਫੈਕਲਟੀਜ਼ ਰਿਮੇਨਡ ਐਜ਼ ਸਟਰੋਂਗ ਐਜ਼ ਐਵਰ, ਜਿੰਨੀਆਂ ਵੀ ਉਹਨਾਂ ਦੀਆਂ ਮਾਨਸਿਕ ਸਮਰੱਥਾਵਾਂ ਸੀ, ਠੀਕ ਆ, ਉਹ ਸਾਰੀਆਂ ਕੀ ਸੀਗੀਆਂ, ਦ੍ਰਿੜ ਸੀ ਉਸ ਸਮੇਂ ਤੱਕ, ਬੁਢਾਪੇ ਤੱਕ। ਹਿਜ਼ ਸਪਿਰਿਟ ਰਿਮੇਨਡ ਅਨਟਚਡ ਬਾਏ ਦਾ ਸਟ੍ਰੈਸਿਸ ਆਫ ਮਟੀਰੀਅਲ ਵਰਲਡ, ਉਹਨਾਂ ਦੀ ਆਤਮਾ ਭੌਤਿਕ ਸੰਸਾਰ ਦੇ ਤੂਫਾਨਾਂ ਅਤੇ ਤਣਾਵਾਂ ਤੋਂ ਬਿਲਕੁਲ ਅਣਛੋਹ ਸੀ। ਹੀ ਲੈਡ ਅ ਸਪਿਰਿਚੁਅਲ ਲਾਈਫ, ਠੀਕ, ਉਹਨਾਂ ਨੇ ਇੱਕ ਅਧਿਆਤਮਿਕ ਜੀਵਨ ਜਿਉਇਆ, ਸਪਿਰਿਚੁਅਲ, ਠੀਕ ਆ। ਹਿਜ਼ ਐਂਡ ਵਾਸ ਪੀਸਫੁਲ, ਉਹਨਾਂ ਦਾ ਅੰਤ ਵੀ ਸ਼ਾਂਤੀਪੂਰਵਕ ਸੀ। ਅ ਗ੍ਰੇਟ ਸੋਲ ਔਨ ਦਿਸ ਅਰਥ ਬਿਕਮ ਵਨ ਵਿਦ ਦਾ ਇੰਟਰਨਲ ਸੋਲ, ਉਹਨਾਂ ਦੀ ਜਿਹੜੀ ਆਤਮਾ ਸੀ, ਮਹਾਨ ਆਤਮਾ ਸੀ, ਇਸ ਸੰਸਾਰ ਦੇ ਵਿੱਚੋਂ ਪਰਮਾਤਮਾ ਨਾਲ ਜਾ ਕੇ ਵਿਲੀਨ ਹੋ ਗਈ, ਮੀਨਸ ਕਿ ਉਹ ਜੋਤੀ ਜੋਤ ਸਮਾ ਗਏ। ਸੋ ਇਹ ਸੀ ਬੇਟਾ ਤੁਹਾਡਾ ਲੈਸਨ ਸੈਂਟ ਰਵਿਦਾਸ। ਆਈ ਹੋਪ ਕਿ ਤੁਸੀਂ ਚੰਗੀ ਤਰੀਕੇ ਨਾਲ ਲੈਸਨ ਸਮਝ ਲਿਆ ਹੋਵੇਗਾ। ਥੈਂਕਸ ਫॉर ਵਾਚਿੰਗ। ਅਗਲੀ ਵੀਡੀਓ 'ਚ ਕਰਦੇ ਹਾਂ ਆਪਾਂ ਇਹਦੇ ਕੁਐਸਚਨ ਆਨਸਰਸ। ਬਾਏ ਬੇਟਾ।